बंधन पंकज बंधन सिमरो अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण अर्जन बिघ्नन के नाशक बिघ्नन के नाशक श्री हर गोबिंद सुमत प्रकाशक श्री हर राय नमो कर जोरी नमो कर जोरी श्री हर कृष्ण मनाऊं बहुरी तेग बहादुर परम कृपाला परम कृपाला श्री गुरु गोबिंद सिंह विशाला तारो तरा पर पुन पुन सीसा पुन पुन सीसा मंदों बार बार जगदीशा एक ओंकारा सतगुरु ते प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा श्री मुख ते फुरमायो पर्वत वासी नर समुदाय पाथर पूजक पाथर बुद्धि जल मह पाथर रह सदाए वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिन ही आपां विचारां सरवण कर रहे सी जदों धन धन साहिब श्री गुरु गोबिंद सिंह जी महाराज नादौन की जंग जिहड़ी है उसनों जित करके गुरु प्यारिओ वापस श्री आनंदपुर साहब नूं चले और भीम चंद दे नाल पातशाह जी का गुस्सा इस करके कि जदों लोड़ पई मदद ते सतगुरु जी नूं सद लिया ते जद फतेह हो गई जित हो गई तां उस वेले उस दुष्ट ने किरपाल कटौचीए दे नाल सलाह मशवरा संधि करदिया धन धन श्री गुरु गोबिंद सिंह महाराज जी ने पुछया तक नहीं। तो सतगुरां नूं इस गल ते गुस्सा आया भी इसने साडे नाल गल क्यों नहीं कीती इस विषय ते। सतगुरु पातशाह उत्थों चल पे तुरे जा रहे हैं। रस्ते विच अनेकां विचारां करदे होए कि पहाड़ीए जिहड़े मतलबी हन और जदों इन्हां नूं मतलब हुंदा है उदों इह अपना मतलब कढ लैंदे हन। फिर तूं कौन ते मैं कौन। इस तरह सतगुरु पातशाह जी ने इन्हां दीयां विचारां आनंद चंद दे नाल साਂਝੀਆਂ कीतीਆਂ और आनंद चंद ने जिहड़ा है उन्हां विचारां ते उन्हां सतगुरां दे बचनां ते हां दा वचन कीता। सत है वचन महाराज तुहाडे गल सही है तुसीं तां इन्हां दा भला लोड़दे हो पर ये लोग जिहड़े हन पुठे हन। इस तरह चलदियां चलदियां धन धन श्री गुरु गोबिंद सिंह जी महाराज रस्ता तय करते हुए जिहड़ा है एक नगर आया आलसून ते आलसून नगर दे विचों लंघदे होए की देखिया कि आलसून दे लोग है जिहड़े वो बड़े ही टेढ़े हन।
ਕਿਉਂਕਿ ਉਹਨਾਂ ਨੇ ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਕਿਉਂਕਿ ਕੁਝ ਪਹਾੜੀਆਂ ਨੂੰ ਬੜਾ ਹੰਕਾਰ ਸੀ ਮੇਰੇ ਪ੍ਰੀਤਮ ਦੇ ਆਪਣੇ ਰਾਜਿਆਂ ਦੇ ਉੱਪਰ ਵੀ ਸਾਡੇ ਰਾਜੇ ਤਕੜੇ ਹਨ। ਭਾਵੇਂ ਕਿ ਸਾਰਾ ਪਹਾੜੀ ਏਰੀਆ ਇਹ ਜਾਣ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵ ਕਲਾ ਸਮਰੱਥ ਹਲਤ ਪਲਟ ਕੇ ਰੱਖਿਅਕ ਹਨ, ਪਰ ਇਹਨਾਂ ਪਹਾੜੀਆਂ ਨੇ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੋਂ ਲੰਘਦੇ ਹੋਏ ਦੇਖਿਆ ਤਾਂ ਇਹ ਉਸੇ ਤਰ੍ਹਾਂ ਹੀ ਮੂੰਹ ਚੱਕ ਕੇ ਖੜੇ ਦੇਖਦੇ ਰਹੇ, ਨਾ ਨੇੜੇ ਆਏ ਨਾ ਨਮਸਕਾਰ ਕੀਤੀ, ਕਿਉਂਕਿ ਹੰਕਾਰ ਸੀ। ਹੰਕਾਰੀ ਮਨੁੱਖ ਦਾ ਪਤਾ ਲੱਗ ਜਾਂਦਾ ਹੈ। ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੇ ਹੰਕਾਰੀਆਂ ਨੂੰ ਸਬਕ ਸਿਖਾਉਣ ਵਾਸਤੇ ਉੱਥੇ ਕੌਤਕ ਕੀਤਾ ਹੈ। ਇਹ ਵਿਚਾਰ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਨ ਕੈ ਸ੍ਰੀ ਮੁਖ ਤੇ ਫੁਰਮਾਇਓ, ਪਰਬਤ ਬਾਸੀ ਨਰ ਸਮੁਦਾਇ। ਜਦੋਂ ਭਾਈ ਸਾਹਿਬ ਭਾਈ ਆਨੰਦ ਚੰਦ ਹੋਰਾਂ ਨੇ ਕਿਹਾ ਮਹਾਰਾਜ ਦੇਖੋ ਤੁਹਾਡੀ ਆਗਿਆ ਲੈ ਕੇ ਉਸਨੇ ਸੰਧੀ ਨਹੀਂ ਕੀਤੀ, ਭਾਵੇਂ ਕਿ ਤੁਸੀਂ ਵੀ ਮੇਲ ਮਿਲਾਪ ਦੇ ਹੱਕ ਵਿੱਚ ਹੋ, ਤੁਸੀਂ ਕਿਹੜਾ ਰੋਕਦੇ ਸੀ, ਪਰ ਉਸਨੇ ਤੁਹਾਡੀ ਆਗਿਆ ਨਹੀਂ ਲਈ। ਸਤਿਗੁਰੂ ਪਾਤਸ਼ਾਹ ਕਹਿੰਦੇ ਹਾਂ ਆਨੰਦ ਚੰਦ ਸਿੱਖੋ, ਇਹ ਪਹਾੜੀਏ ਜਿਹੜੇ ਹਨ ਸਾਰੇ ਲੋਕ ਪਾਥਰ ਪੂਜਕ ਪਾਥਰ ਬੁੱਧੀ, ਜਲ ਮਹਿ ਪਾਥਰ ਰਹਿ ਸਦਾਈ। ਅਸਲ ਵਿੱਚ ਇਹਨਾਂ ਦੀ ਮੱਤ ਜਿਹੜੀ ਹੈ ਪੱਥਰਾਂ ਨੂੰ ਪੂਜਦਿਆਂ ਪੱਥਰਾਂ ਵਰਗੀ ਹੀ ਹੋ ਚੁੱਕੀ ਹੈ। ਜਿਸ ਤਰ੍ਹਾਂ ਪੱਥਰ ਕਿੰਨਾ ਵੀ ਚਰਾ ਸਮਾਂ ਜਿਹੜਾ ਪਾਣੀ ਦੇ ਵਿੱਚ ਰਹਿੰਦਾ ਹੈ ਜੀ। ਮਹਿ ਭੀਜੈ ਹੈ ਅਤ ਧਰਹਿ ਨਿਠੁਰਤਾ, ਤਿਉ ਮਨਮੁਖ ਇਹ ਜਾਣੇ ਜਾਏ। ਔਰ ਉਹ ਪੱਥਰ ਜੁਗਾਂ ਜੁਗਾਂਤਰਾਂ ਤੱਕ ਪਿਆ ਵੀ ਕੋਮਲ ਨਹੀਂ ਹੁੰਦਾ, ਪਾਣੀ ਵਿੱਚ ਪਿਆ ਹੋਇਆ ਆਪਣੀ ਕਠੋਰਤਾ ਛੱਡਦਾ ਨਹੀਂ। ਐਸੀ ਇਹ ਪਹਾੜੀਏ ਲੋਕ ਤੇ ਪਹਾੜੀਏ ਰਾਜੇ ਹਨ। ਬਿਨ ਮਤਲਬ ਇਹ ਮੀਤ ਨਾ ਕਿਸ ਕੇ, ਬਿਨ ਸੇ ਕੂਰੇ ਸਹਿਜ ਸੁਭਾਏ। ਔਰ ਇਹ ਝੂਠੇ ਹਨ, ਇਹ ਸਹਿਜੇ ਹੀ ਖਤਮ ਹੋ ਜਾਣਗੇ। ਆਨੰਦ ਚੰਦ ਬਹੁਤਾ ਸਮਾਂ ਨਹੀਂ ਰਹਿਣਗੇ ਇਹ ਲੋਕ, ਕਿਉਂਕਿ ਇਹ ਮਤਲਬੀ ਹੈ, ਬਿਨਾ ਮਤਲਬ ਤੋਂ ਇਹ ਕੁਛ ਨਹੀਂ ਕਰਦੇ, ਝੂਠੇ ਵੀ ਹਨ ਇਹ। ਇਸ ਬਿਦ ਕਰਤ ਬਾਰ ਤੈ ਲਾਪਾ ਹੈ, ਚੱਲੇ ਆਏ ਸਤਿਗੁਰ ਭਗਵਾਨ। ਉਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਨਾਲ ਗੱਲਾਂ ਬਾਤਾਂ ਵਾਰਤਾਲਾਪ ਆਦਿ ਕਰਦੇ ਹੋਏ ਤੁਰੇ ਜਾ ਰਹੇ ਹਨ। ਹਾਲ ਸੂਨ ਇੱਕ ਗ੍ਰਾਮ ਨਿਹਾਰਿਓ, ਹੁਤੋ ਪੰਥ ਮਹਿ ਬਸੈ ਮਹਾਨ। ਤੋ ਚਲਦਿਆਂ ਹੋਇਆਂ ਰਸਤੇ ਵਿੱਚ ਇੱਕ ਨਗਰ ਆਇਆ ਜਿਸ ਦਾ ਨਾਮ ਹੈ ਆਲਸੂਨ। ਔਰ ਇਹ ਆਲਸੂਨ ਕਾਫੀ ਸਮੇਂ ਤੋਂ ਚੰਗਾ ਨਗਰ ਵਸਦਾ ਹੈ, ਔਰ ਇਹ ਆਪਣੇ ਰਾਜਿਆਂ ਤੇ ਪਹਾੜੀ ਰਾਜਿਆਂ ਤੇ ਬੜਾ ਮਾਣ ਕਰਦੇ ਐ। ਧੁੰਦਪ ਬਜਤ ਲੋਕ ਨਿਕਸੇ ਸਨ, ਬਾਲਕ ਬੂਢੇ ਜੇ ਟਿਕ ਜਵਾਨ। ਔਰ ਜਦੋਂ ਸਤਿਗੁਰਾਂ ਦੇ ਨਾਲ ਵੱਜਦਾ ਹੋਇਆ ਨਗਾਰਾ ਜਾ ਰਿਹਾ ਹੈ ਤਾਂ ਆਲਸੂਨ ਦੇ ਲੋਕਾਂ ਦਾ ਖਿਆਲ ਸੀ ਕਿ ਸ਼ਾਇਦ ਸਾਡਾ ਰਾਜਾ ਆ ਰਿਹਾ ਹੈ। ਹੁਣ ਜੇ ਤਾਂ ਕੋਈ ਰਾਜਾ ਹੁੰਦਾ ਇਹਨਾਂ ਸਾਰੇ ਲੋਕਾਂ ਨੇ ਭੱਜ ਕੇ ਰਸਤੇ ਤੇ ਆ ਜਾਣਾ ਸੀਗਾ, ਆਪਣੇ ਰਾਜੇ ਨੂੰ ਨਮਸਕਾਰਾਂ ਕਰਨੀਆਂ ਸਨ। ਪਰ ਇਹਨਾਂ ਮੂਰਖਾਂ ਨੇ, ਮਾੜੀ ਮੱਤ ਵਾਲਿਆਂ ਨੇ ਸੋਚਿਆ ਚੱਲ ਉਹ ਸਾਧੂ ਹੀ ਹੈ, ਅਨੰਦਪੁਰ ਵਾਲਾ ਗੁਰੂ ਹੈ ਤਾਂ ਇਸ ਕਰਕੇ ਇਹਨਾਂ ਨੇ ਨਾ ਨਮਸਕਾਰ ਕੀਤੀ, ਨਾ ਨੇੜੇ ਆਏ, ਨਾ ਝੁਕੇ। ਫਰਜ਼ ਬਣਦਾ ਹੈ ਸਾਡਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਗਰ ਦੇ ਵਿੱਚੋਂ ਕਿਸੇ ਦੇ ਘਰ ਜਾਂਦੇ ਹਨ ਤੇ ਰਸਤੇ ਵੀ ਜੋ ਵੀ ਮਿਲਦਾ ਸਿਆਣਾ ਮਨੁੱਖ ਹਮੇਸ਼ਾ ਜਿਹੜਾ ਹੈ ਨਮਸਕਾਰ ਕਰਦਾ ਹੈ। ਪਰ ਕਈ ਲੋਕਾਂ ਨੂੰ ਅਸੀਂ ਦੇਖਦੇ ਹਾਂ ਕਿ ਉਹ ਉਸੇ ਤਰ੍ਹਾਂ ਆਪਣੇ ਕੰਮਾਂ ਕਾਰਾਂ ਤੇ ਬੈਠੇ ਰਹਿਣਗੇ, ਉੱਠ ਕੇ ਨਮਸਕਾਰ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਹੈ, ਆਲ ਵਰਲਡ ਦੇ ਗੁਰੂ ਹਨ, ਤੇ ਜੇ ਕੋਈ ਉੱਠ ਕੇ ਸਤਿਗੁਰੂ ਨਮਸਕਾਰ ਕਰਦਾ ਉਹ ਲਾਹਾ ਖੱਟ ਲੈਂਦਾ ਹੈ, ਤੇ ਜਿਹੜੇ ਸਤਿਗੁਰ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਫਿਰ ਉਹੇ ਜਿਹੀਆਂ ਵਸਤੂਆਂ, ਉਹੇ ਜਿਹਾ ਹੀ ਉਹਨਾਂ ਨੂੰ ਗੁਰੂ ਪਿਆਰਿਓ ਆਉਣ ਵਾਲਾ ਸਮਾਂ ਵਾਤਾਵਰਨ ਮਿਲਦਾ ਹੈ। ਜਿਸ ਤਰ੍ਹਾਂ ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਨ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ।
ਜਿਨ ਪੈ ਅਦਬ ਨ ਬਾਣੀ ਧਾਰਾ, ਸੋ ਸਿੱਖ ਜਾਣੋ ਨਾਹੇ ਹਮਾਰਾ। ਉਹ ਸਾਡਾ ਸਿੱਖ ਨਹੀਂ ਜਿਹੜਾ ਗੁਰੂ ਦਾ ਅਦਬ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਇਹੋ ਜਿਹੀਆਂ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਹਨ। ਜਿਵੇਂ ਆਪਾਂ ਗਣਕਾ ਦੀ ਗੱਲ ਲੈ ਲਈਏ, ਗਣਕਾ ਜਿਹੜੀ ਹੈ ਗੁਰੂ ਪਿਆਰੋ ਦੇਵ ਲੋਕ ਦੀ, ਸਵਰਗਾਂ ਦੀ, ਇੰਦਰ ਦੇ ਅਖਾੜੇ ਦੀ ਪਰੀ ਸੀ। ਨਾਮ ਸੀ ਇਹਦਾ ਚੰਦਰਬਦਨ। ਹੁਣ ਇਸ ਨੇ ਵੀ ਤਾਂ ਕਿਸੇ ਉਸਤਾਦ ਤੋਂ, ਕਿਸੇ ਗੁਰੂ ਤੋਂ ਆਪਣਾ ਗਾਉਣਾ ਨੱਚਣਾ ਆਦਿ ਸਿੱਖਿਆ ਸੀਗਾ। ਇੱਕ ਦਿਨ ਕਹਿੰਦੇ ਇਸ ਨੂੰ ਮਾਣ ਬਹੁਤ ਹੋ ਗਿਆ ਕਿ ਮੇਰੇ ਵਰਗਾ ਤਾਂ ਕੋਈ ਗਵਈਆ ਨਹੀਂ ਤੇ ਮੇਰੇ ਵਰਗੀ ਕੋਈ ਨੱਚਣ ਵਾਲੀ ਨਹੀਂ। ਇਹ ਆਪਣੇ ਗੁਰੂ ਤੋਂ ਵੀ ਅੱਗੇ ਟੱਪ ਗਈ। ਚਲੋ ਹੋ ਜਾਂਦਾ ਕਈ ਵਾਰੀ ਅਭਿਆਸ ਦੇ ਨਾਲ। ਤੇ ਇਹਦਾ ਉਸਤਾਦ, ਇਹਦਾ ਗੁਰੂ ਜਦ ਸਭਾ ਚ ਆਇਆ, ਇਹਨੇ ਉੱਠ ਕੇ ਕਹਿੰਦੇ ਨਮਸਕਾਰ ਨਾ ਕੀਤੀ। ਤੇ ਨਮਸਕਾਰ ਕਰਨ ਦੇ ਨਾਲ ਨਾ ਉਹ ਜੇ ਸਭ ਮਿਲ ਕੇ ਆਖਣ ਪਾਹੇ ਤਾਂ ਉਹ ਪਰਮੇਸ਼ਰ ਨੂੰ ਜੇ ਕੋਈ ਸਾਰੇ ਸਿਫਤਾਂ ਕਰਨ ਲੱਗ ਜਾਣ ਤਾਂ ਉਹ ਵੱਡਾ ਨਹੀਂ ਹੁੰਦਾ, ਜੇ ਪੁੱਠਾ ਬੋਲ ਛੋਟਾ ਨਹੀਂ ਹੁੰਦਾ। ਵੱਡਾ ਨਾ ਹੋਵੇ, ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋ, ਉਹਨੂੰ ਕੋਈ ਫਰਕ ਨਹੀਂ ਪੈਂਦਾਗਾ। ਪਰ ਮਨੁੱਖ ਨੂੰ, ਜੀਵ ਨੂੰ, ਆਤਮਾ ਨੂੰ ਜ਼ਰੂਰ ਫਰਕ ਪੈਂਦਾ ਜੇ ਸਤਿਕਾਰ ਨਹੀਂ ਕਰਦੀ। ਔਰ ਇਸ ਦੇ ਨਾਲ ਕੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਵਿਗੜ ਜਾਂਦਾ ਹੈ। ਲੋਕ ਵਿਗੜ ਜਾਂਦੇ ਆ। ਜੇ ਇੱਕ ਬੰਦਾ ਅੱਜ ਸਤਿਕਾਰ ਨਹੀਂ ਕਰਦਾ, ਕੱਲ ਨੂੰ ਦੂਜਾ ਨਹੀਂ ਕਰੇਗਾ, ਫਿਰ ਤੀਜਾ ਨਹੀਂ ਕਰੇਗਾ, ਚੌਥਾ ਨਹੀਂ ਕਰੇਗਾ। ਧਰਮ ਦੀ ਜਿਹੜੀ ਆ ਹਾਨੀ ਹੁੰਦੀ ਹੈ ਇਸ ਦੇ ਨਾਲ। ਇਹ ਮਹਾਂਪੁਰਸ਼ ਹੀ ਸੋਚਦੇ ਆ, ਜਣੇ ਖਣੇ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ। ਤਾਂ ਉਸ ਗਣਕਾ ਜਿਸ ਦਾ ਦੁਨਿਆਵੀ ਨਾਮ ਹੈ, ਜਿਸ ਦਾ ਪਹਿਲਾ ਨਾਮ ਚੰਦਰਬਦਨ ਹੈ, ਇੰਦਰ ਦੇ ਅਖਾੜੇ ਦੀ ਪਰੀ ਹੈ, ਜਦੋਂ ਇਹਨੇ ਉੱਠ ਕੇ ਨਮਸਕਾਰ ਨਾ ਕੀਤੀ, ਇਹਨੂੰ ਆਪਣੇ ਗਿਆਨ ਤੇ ਆਪਣੀ ਵਿਦਿਆ ਤੇ ਹੰਕਾਰ ਹੋ ਗਿਆ। ਤੇ ਉਹ ਇਹਦਾ ਉਸਤਾਦ ਕਹਿਣ ਲੱਗਿਆ, ਤੈਨੂੰ ਹੰਕਾਰ ਹੋ ਗਿਆ ਨਾ ਕਿ ਮੈਂ ਬਹੁਤ ਗਿਆਨਵਾਨ ਆ, ਤੂੰ ਅੱਜ ਨਮਸਕਾਰ ਨਹੀਂ ਕੀਤੀ। ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਇਸ ਤਰ੍ਹਾਂ ਤਾਂ ਰੀਤ ਹੀ ਵਿਗੜ ਜਾਣੀ ਹੈ। ਚੱਲ ਮਾਤ ਲੋਕ ਦੇ ਵਿੱਚ ਜਾ, ਹੁਣ ਤੂੰ ਇਸਤਰੀ ਦਾ ਜਾਮਾ ਧਾਰੇਂਗੀ। ਤਾਂ ਉਹ ਫਿਰ ਚੰਦਰਬਦਨ ਜਿਹੜੀ ਇਸਤਰੀ ਪਰੀ ਸੀ, ਉਹ ਮਾਤ ਲੋਕ ਦੇ ਵਿੱਚ ਆਈ। ਅਗਲਾ ਜਨਮ ਇਸ ਦਾ ਹੋਇਆ ਇਸਤਰੀ ਦਾ। ਇਹਨੇ ਇੰਦਰ ਦੀ ਅਖਾੜੇ ਦੀ ਪਰੀ ਫੇਰ ਬਣਨ ਦੀ ਕੋਸ਼ਿਸ਼ ਕੀਤੀ। ਇੱਥੇ ਬੜੀ ਭਗਤੀ ਕੀਤੀ, ਮਨੁੱਖ ਨੂੰ ਮੱਥੇ ਨਹੀਂ ਲਾਇਆ। ਖਿਆਲ ਸੀ ਕਿ ਮੈਂ ਉਹਨੂੰ ਯਾਦ ਕਰਾਂਗੀ, ਵਾਪਸ ਉੱਥੇ ਹੀ ਜਾਵਾਂਗੀ। ਤਾਂ ਗੁਰੂ ਪਿਆਰਿਓ, ਹੁਣ ਕੀ ਹੋਇਆ, ਸਮਾਂ ਬਤੀਤ ਹੁੰਦਾ ਗਿਆ ਤੇ ਇਹਨੇ ਜਿਹੜੀਆਂ ਸੇਵਾਦਾਰਨੀਆਂ ਇਹਦੇ ਨਾਲ ਉਹ ਵੀ ਇਸਤਰੀਆਂ ਰੱਖੀਆਂ। ਮਨੁੱਖ ਨੂੰ ਮੱਥੇ ਨਹੀਂ ਲਾਇਆ। ਹੀਲੇ ਰਿਜਕ ਬਹਾਨੇ ਮੌਤ ਮਰਨ ਦਾ ਕੋਈ ਬਹਾਨਾ ਬਣਦਾ, ਇਹਦਾ ਬਹਾਨਾ ਬਣਿਆ। ਇਹ ਬਿਮਾਰ ਪੈ ਗਈ ਔਰ ਇਸ ਨੂੰ ਠੀਕ ਕਰਨ ਵਾਸਤੇ ਗੁਰੂ ਪਿਆਰਿਓ ਵੈਦ ਬੁਲਾਉਣਾ ਪਿਆ। ਵੈਦ ਮਨੁੱਖ ਸੀਗਾ। ਜਦ ਉਸ ਵੈਦ ਨੇ ਇਸ ਦੀ ਬਾਂਹ ਫੜੀ ਨਬਜ਼ ਦੇਖਣ ਲਈ, ਉਹ ਦੇਸੀ ਦਵਾਈਆਂ ਚੱਲਦੀਆਂ ਸਨ, ਇਹਦੀਆਂ ਅੱਖਾਂ ਉਹਦੀਆਂ ਅੱਖਾਂ ਨਾਲ ਮਿਲੀਆਂ, 2 ਤੋਂ 4 ਹੋਈਆਂ ਤੇ ਇਹਦਾ ਖਿਆਲ ਬਦਲ ਗਿਆ। ਕਹਿੰਦੀ ਸਾਰੀ ਉਮਰ ਟਪਾ ਲਈ, ਵਿਆਹ ਵੀ ਨਾ ਕਰਵਾਇਆ। ਤੇ ਪਰਮੇਸ਼ਰ ਨੇ ਜਾਂ ਗੁਰੂਆਂ ਨੇ ਕਦੋਂ ਕਿਹਾ ਵਿਆਹ ਨਾ ਕਰਵਾਓ? ਇਹਦਾ ਕੁਦਰਤ ਦਾ ਇੱਕ ਕਾਨੂੰਨ ਹੈ, ਇਸ ਨੂੰ ਕੋਈ ਗ੍ਰਹਿਣ ਕਰੇ ਚਾਹੇ ਨਾ ਕਰੇ, ਉਹਦੀ ਆਪਣੀ ਮਰਜ਼ੀ ਹੈ। ਹੁਣੇ ਆ ਪਹਿਲਾਂ ਵਿਆਹ ਕਰਾਇਆ ਨਹੀਂ ਤੇ ਅੱਜ ਉਧਰੋਂ ਮਰਨ ਦਾ ਸਮਾਂ ਆ ਗਿਆ ਤੇ ਕਹਿੰਦੀ ਵਿਆਹ ਨਹੀਂ ਕਰਵਾਇਆ। ਤੇ ਪਰਮੇਸ਼ਰ ਨੇ ਤੀਜਾ ਜਨਮ ਇਸ ਨੂੰ ਫਿਰ ਦਿੱਤਾ ਜਦੋਂ ਇਹ ਗਣਕਾ ਬਣੀ ਤੇ ਵੇਸਵਾ ਦੇ ਘਰੇ ਜਾ ਕੇ ਪੈਦਾ ਹੋਈ। ਮੈਂ ਗੱਲ ਕਰਦਾ ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਕਿ ਇਹਨਾਂ ਆਲਸੂਣ ਦੇ ਲੋਕਾਂ ਨੂੰ ਸਤਿਗੁਰਾਂ ਨੇ ਸਜ਼ਾ ਕਿਉਂ ਦਿੱਤੀ ਹੈ। ਇਹਨਾਂ ਹੰਕਾਰੀ ਲੋਕਾਂ ਨੇ ਸਤਿਗੁਰਾਂ ਨੂੰ ਨਮਸਕਾਰ ਕਰਨ ਦੀ ਬਜਾਏ ਦੂਰ ਹੀ ਖੜੇ ਦੇਖਦੇ ਰਹੇ। ਜੇ ਤਾਂ ਹੁੰਦਾ ਕੋਈ ਇਹਨਾਂ ਦਾ ਪਹਾੜੀ ਰਾਜਾ, ਫਿਰ ਤਾਂ ਇਹ ਭੱਜ ਕੇ ਨੇੜੇ ਵੀ ਆਉਂਦੇ, ਉਹਦੇ ਪੈਰ ਵੀ ਚੱਟਦੇ, ਉਹਦੇ ਪੈਰੀ ਵੀ ਪੈਂਦੇ। ਪਰ ਗੁਰੂ ਸਾਹਿਬ ਨੂੰ ਇਸ ਨੇ, ਇਹਨਾਂ ਲੋਕਾਂ ਨੇ ਸਤਿਕਾਰ ਨਾ ਦਿੱਤਾ। ਤੇ ਇਸ ਤਰ੍ਹਾਂ ਇਹ ਸਾਰੇ ਕਿਆ ਬੱਚੇ, ਕਿਆ ਬੁੱਢੇ, ਕਿਆ ਜਵਾਨ ਇਕੱਠੇ ਹੋ ਕੇ ਉੱਚੇ ਨੀਵੇਂ ਥਾਵਾਂ ਤੇ ਖੜ ਕੇ ਦੇਖਦੇ ਰਹੇ ਜੀ। ਉੱਚੇ ਥਾਨ ਥਿਰੇ ਅਵਲੋਕਤ ਅਸਵਾਰੀ, ਪ੍ਰਭ ਕੀ ਦੁਖ ਤਾਨ। ਔਰ ਸਤਿਗੁਰਾਂ ਦੀ ਅਸਵਾਰੀ ਬੜੀ ਸ਼ੋਭਾ ਦੇ ਨਾਲ ਜਾ ਰਹੀ ਹੈ। ਦੁੱਤ ਖਾਨ ਦਾ ਭਾਵ ਸ਼ੋਭਾ ਦੇ ਨਾਲ ਜਾ ਰਹੀ ਹੈ। ਪਰ ਇਹ ਨੇੜੇ ਆ ਕੇ ਲਾਹਾ ਨਹੀਂ ਖੜ ਸਕੇ, ਨਮਸਕਾਰ ਵੀ ਨਹੀਂ ਕੀਤੀ। ਜਿਵੇਂ ਬਹੁਤ ਲੋਕ ਮੈਂ ਦੇਖਦਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਾਂਦੇ ਆ ਤੇ ਬਹੁਤ ਸਾਰੇ ਲੋਕ ਦੁਕਾਨਾਂ ਵਿੱਚ ਬੈਠੇ, ਕੋਈ ਮਸ਼ੀਨ ਚਲਾਈ ਜਾਂਦਾ, ਕੋਈ ਆਪਦਾ ਕੰਮ ਕਰੀ ਜਾਂਦਾ। ਜਿਹੋ ਜਿਹੇ ਕੰਮ ਹੁੰਦੇ ਆ, ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਹੈ।
ਤੇ ਸਾਡੇ ਨਮਸਕਾਰ ਕਰਿਆ ਸਾਨੂੰ ਕਿੰਨਾ ਕੁਝ ਮਿਲਣਾ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਰੱਬ ਦੇ ਪਿਆਰਿਆਂ ਨੂੰ ਜਿਉਂ ਆਇਆ ਵੀ ਕਹਿ ਦੇਵੇ ਨਾ ਤਾਂ ਵੀ ਜਮਦੂਤ ਡਰ ਜਾਂਦੇ ਆ ਬਈ ਯਾਰ ਇਹਦੀ ਤਾਂ ਮਹਾਂਪੁਰਸ਼ਾਂ ਨਾਲ ਦੋਸਤੀ ਆ, ਕਿਤੇ ਸਾਨੂੰ ਕੋਈ ਸਜ਼ਾ ਹੀ ਨਾ ਦੇ ਦੇਵੇ ਮਹਾਂਪੁਰਸ਼। ਇਸ ਕਰਕੇ ਇਹ ਨਮਸਕਾਰ ਕਰਨਾ ਆਲਸੂਣ ਦੇ ਲੋਕਾਂ ਦਾ ਨੇੜੇ ਆਉਣਾ ਬੜਾ ਜ਼ਰੂਰੀ ਸੀ, ਪਰ ਅੱਜ ਇਹ ਲਾਹਾ ਨਹੀਂ ਖੜ ਸਕੇ, ਦੂਰ ਹੀ ਖੜੇ ਰਹੇ। ਆਨ ਅਕੋਰ ਨ ਆਗੇ ਅਰਪੀ ਨਮੋ ਨਕੀਨੀ ਜੋਰੇ ਹਾਥ। ਔਰ ਨਾ ਇਹਨਾਂ ਨੇ ਕੋਈ ਭੇਟਾ ਮੱਥਾ ਟੇਕੀ। ਪਾਤਸ਼ਾਹ ਭੇਟਾਂ ਦੇ ਭੁੱਖੇ ਨਹੀਂ। ਇਹ ਦੱਸਦਾ ਹੈ ਕਿ ਇਹਨਾਂ ਲੋਕਾਂ ਨੂੰ ਅਕਲ ਨਹੀਂ ਹੈ, ਮਤ ਨਹੀਂ ਹੈ। ਇਹਨਾਂ ਲੋਕਾਂ ਨੂੰ ਅਕਲ ਸਿਖਾਉਣੀ ਚਾਹੀਦੀ ਹੈ। ਨਾ ਇਹਨਾਂ ਨੇ ਮੱਥਾ ਟੇਕਿਆ ਹੱਥ ਬਨ ਕੇ, ਨਾ ਕੋਈ ਭੇਟਾ ਰੱਖੀ ਜੀ। ਮਤ ਮੂਰਖ ਨਿਜ ਰਾਜੇ ਕੇ ਬਲ ਮਦ ਕਰਨ ਹੈ ਪ੍ਰਤਾਪ ਲਖਨਾਥ। ਇਹਨਾਂ ਮੂਰਖਾਂ ਨੇ ਆਪਣੇ ਰਾਜੇ ਨੂੰ ਵੱਡਾ ਜਾਣ ਕੇ, ਮੇਰੇ ਗੁਰੂ ਕੀ ਆਨੰਦਪੁਰ ਵਾਲਾ ਭੀਮ ਚੰਦ ਨਾਲ ਇਹ ਐਂਟੀ ਹੈ। ਇਹਨਾਂ ਲੋਕਾਂ ਨੇ ਇਹ ਵੀ ਪਤਾ ਹੋਣਾ ਪਹਿਲਾਂ ਲੜਾਈ ਹੋਈ ਹੈ। ਇਸ ਕਰਕੇ ਇਹਨਾਂ ਮੂਰਖ ਲੋਕਾਂ ਨੇ ਆਪਣੇ ਰਾਜੇ ਨੂੰ ਤਖਤਵਾਰ ਸਮਝ ਕੇ ਸਤਿਗੁਰਾਂ ਦੇ ਪ੍ਰਤਾਪ ਨੂੰ ਨਹੀਂ ਸਮਝਣਾ ਕੀਤਾ। ਉਹ ਤਾਸਨ ਕੋਪ ਅਗਰ ਕਿਛ ਗਿਰਪਤ ਭੀਮ ਚੰਦ ਕੇ ਸਾਥ। ਕੁਛ ਤਾਂ ਪਾਤਸ਼ਾਹ ਜੀ ਉੱਥੋਂ ਗੁੱਸੇ ਚ ਆਏ ਸਨ ਭੀਮ ਚੰਦ ਦੇ ਕੋਲੋਂ, ਕਿਉਂਕਿ ਉਸ ਨੇ ਵੀ ਆਪਣਾ ਬੁੱਤਾ ਸਾਰ ਲਿਆ, ਆਪਣਾ ਕੰਮ ਸਾਰ ਲਿਆ। ਤੇ ਜਦੋਂ ਕੰਮ ਸਰ ਗਿਆ, ਜਿੱਤ ਹੋ ਗਈ, ਅਲਫ ਖਾਨ ਚਲਿਆ ਗਿਆ ਤੇ ਕਿਰਪਾਲ ਕਟੋਚੀ ਨਾਲ ਉਸਨੇ ਸੰਧੀ ਕਰ ਲਈ। ਕੁਝ ਪਾਤਸ਼ਾਹ ਨੂੰ ਇਸ ਗੱਲ ਤੇ ਗੁੱਸਾ ਸੀ। ਮਨੋ ਉਹਤੀ ਪਰੀ ਦਿਪਤ ਹਿਤੋ ਨਹਿ ਗ੍ਰਾਮੀਨ ਨਿਮਾਇਓ ਮਾਥ। ਔਰ ਦੂਸਰਾ ਮਾਨੋ ਬਲਦੀ ਤੇ ਤੇਲ ਪਾ ਦਿੱਤਾ ਇਹਨਾਂ ਆਲਸੂਣ ਦੇ ਪਿੰਡ ਵਾਲਿਆਂ ਨੇ। ਇਹਨਾਂ ਨੇ ਨੇੜੇ ਆ ਕੇ ਮਿਲਣਾ ਨਹੀਂ ਕੀਤਾ, ਨਮਸਕਾਰ ਨਹੀਂ ਕੀਤੇ ਜੇ। ਆਲਸੂਣ ਕੀ ਦਿਸ ਅਵਲੋਕਿਓ ਗੁਰੂ ਪ੍ਰਤਾਪੀ ਆਇਸ ਦੀਨ। ਇਉਂ ਸਤਿਗੁਰਾਂ ਨੇ ਉਸੇ ਹੀ ਰੋਸ ਦੇ ਨਾਲ ਦੇਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਕਈ ਪਿੰਡਾਂ ਦੇ ਵਿੱਚ ਐਸੀਆਂ ਘਟਨਾਵਾਂ ਹੋਈਆਂ, ਜਿਵੇਂ ਪਿੱਛੇ 2 ਪਿੰਡ, ਇੱਕ ਰੰਗੜਾਂ ਦਾ ਪਿੰਡ ਸੀ, ਇੱਕ ਸਾਧੂਆਂ ਦਾ ਪਿੰਡ ਸੀ। ਰੰਗੜਾਂ ਨੇ 2 ਊਠ ਚੋਰੀ ਕਰ ਲਏ ਸਨ, ਫਿਰ ਉਹਨਾਂ ਨੂੰ ਵੀ ਬਚਨ ਕਰੇ ਆਏ ਸੀਗੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇੱਕ ਨਗਰ ਹੈ ਜਿੱਥੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਜ ਲੁਕੋ ਲਿਆ ਸੀਗਾ, ਜਿੱਥੇ ਪੈਂਦੇ ਖਾਂ ਰਹਿੰਦਾ ਜਿਹੜੇ ਪਿੰਡ ਦੇ ਵਿੱਚ। ਤੇ ਉਸ ਪਿੰਡ ਨੂੰ ਸਤਿਗੁਰਾਂ ਨੇ ਥੇ ਹੋਣ ਦਾ ਹੁਕਮ ਦਿੱਤਾ ਸੀ। ਉਹ ਪਿੰਡ ਥੇ ਹੋ ਗਿਆ ਸੀਗਾ, ਕਿਉਂਕਿ ਸਤਿਗੁਰਾਂ ਦਾ ਬਾਜ ਪਿੰਡ ਵਾਲਿਆਂ ਨੇ ਲੁਕੋ ਲਿਆ ਸੀ ਪੈਂਦੇ ਖਾਂ ਦੇ ਘਰੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਜਦੋਂ ਭਾਈ ਰੂਪ ਚੰਦ ਇਸ ਦੀ ਸ਼ਾਦੀ ਗੁਰਸਿੱਖ ਦੀ ਲੜਕੀ ਨਾਲ ਹੋ ਗਈ ਤੇ ਭਾਈ ਰੂਪ ਚੰਦ ਦੀ ਉਸ ਘਰ ਵਾਲੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜਾਂ ਤਾਂ ਮੇਰੀ ਉੱਥੇ ਸ਼ਾਦੀ ਨਾ ਹੋਵੇ ਤੇ ਜਾਂ ਫਿਰ ਮੇਰੇ ਘਰ ਵਾਲ ਨੂੰ ਬਦਲ ਦਿਓ। ਗੁਰੂ ਨੇ ਕਿਰਪਾ ਕੀਤੀ। ਭਾਈ ਰੂਪ ਚੰਦ ਜਿਹੜਾ ਸੀਗਾ, ਇਸ ਦਾ ਪਿਤਾ ਭਾਈ ਰੂਪ ਚੰਦ ਦਾ ਭਾਈ ਸਾਧੂ ਵੀ ਕਹਿ ਦਿੰਦੇ ਆ, ਸਾਧੂ ਦੇ ਨਾਲ ਉਸ ਦੀ ਸ਼ਾਦੀ ਹੋਈ ਸੀ, ਜਿਹੜਾ ਸਰਬਰੀਆਂ ਨੂੰ ਪੂਜਦਾ ਸੀਗਾ, ਬੱਚੀ ਗੁਰਸਿੱਖਾਂ ਦੀ ਸੀ। ਉਸਨੇ ਅਰਦਾਸ ਕੀਤੀ, ਪਾਤਸ਼ਾਹ ਮੇਰੇ ਪਤੀ ਨੂੰ ਬਦਲੋ, ਤੇ ਗੁਰੂ ਨੇ ਕਿਰਪਾ ਕੀਤੀ। ਸਾਧੂ ਜਿਹੜਾ ਸੀਗਾ ਉਹ ਸਿੱਧੇ ਰਸਤੇ ਪੈ ਗਿਆ। ਸਮਾਂ ਬਤੀਤ ਹੁੰਦਾ ਗਿਆ। ਇਹਨਾਂ ਦੇ ਘਰੇ ਪੁੱਤਰ ਪੈਦਾ ਹੋਇਆ ਭਾਈ ਰੂਪ ਚੰਦ, ਸਾਲਕ ਦਾ ਹੋਇਆ। ਤੇ ਭਾਈ ਰੂਪ ਚੰਦ ਨੂੰ ਲੈ ਕੇ ਦੋਨੇ ਜੀ ਪਾਤਸ਼ਾਹ ਨੂੰ ਮੱਥਾ ਟੇਕਣ ਚਲੇ ਗਏ। ਤੇ ਪਾਤਸ਼ਾਹ ਜੀ ਉਸ ਵੇਲੇ ਭਾਈ ਕੀ ਡਰੌਲੀ ਆਏ ਹੋਏ ਸਨ, ਨਮਸਕਾਰ ਕੀਤੀ, ਮੱਥਾ ਟੇਕਿਆ। ਆਓ ਭਾਈ ਸਾਧੂ, ਕੀ ਹਾਲ ਹੈ? ਠੀਕ ਆ ਮਹਾਰਾਜ, ਬੜੀ ਕਿਰਪਾ ਹੋਈ, ਮੇਰੇ ਬੱਚਾ ਹੋਇਆ ਤੁਹਾਡੀ ਕਿਰਪਾ ਨਾਲ, ਇਹਦਾ ਨਾਮਕਰਨ ਤੁਸੀਂ ਕਰੋ। ਇਹ ਤਾਂ ਬੜਾ ਸੁੰਦਰ ਹੈ ਭਾਈ, ਸੋਹਣਾ ਰੂਪ ਚੜਿਆ, ਆਪਾਂ ਇਹਦਾ ਨਾਮ ਰੂਪ ਚੰਦ ਹੀ ਰੱਖ ਦਿੰਨੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਠੀਕ ਹੈ ਮਹਾਰਾਜ, ਜਿਵੇਂ ਤੁਹਾਡੀ ਇੱਛਾ। ਹੋਰ ਸੁਣਾਓ ਕੀ ਹਾਲ ਹੈ? ਕਹਿੰਦੇ ਜੀ ਹਾਲ ਤਾਂ ਬਸ ਤੁਹਾਨੂੰ ਪਤਾ ਹੀ ਹੈ, ਸਾਰਾ ਪਿੰਡ ਸਰਬਰੀਆਂ ਨੂੰ ਪੂਜਦਾ ਹੈ, ਅਸੀਂ ਤੁਹਾਡੇ ਸਿੱਖ ਬਣ ਗਏ। ਜਿੱਦੇ ਦੇ ਅਸੀਂ ਤੁਹਾਡੇ ਸਿੱਖ ਬੰਨੇ ਆ ਤੇ ਸਾਰੇ ਪਿੰਡ ਵਾਲੇ ਸਾਨੂੰ ਬੁਲਾਉਣੋਂ ਹਟ ਗਏ, ਸਾਡਾ ਭਾਂਡਾ ਟਾਲਤਾ। ਤੁਕਲਾਣੀ ਪਿੰਡ 'ਚ ਰਹਿੰਦੇ ਸਾਨੇ ਪਹਿਲਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਤੁਕਲਾਣੀ ਤਾਂ ਖੇ ਹੋ ਜਾਊਗਾ, ਆਪਾਂ ਤੁਹਾਡੇ ਨਾਂ ਤੇ ਪਿੰਡ ਹੀ ਨਵਾਂ ਵਸਾ ਦਿੰਨੇ ਆ। ਤੋ ਤੁਕਲਾਣੀ ਥੇ ਹੋ ਗਿਆ। ਉਸ ਤੋਂ ਬਾਅਦ ਤੇ ਨਵਾਂ ਪਿੰਡ ਫਿਰ ਸੱਧੂ ਕਹਿਣ ਲੱਗਿਆ ਜੀ ਬੱਚੇ ਦੇ ਨਾਮ ਤੇ ਰੱਖ ਦਿਓ ਨਾਮ। ਫਿਰ ਕਹਿੰਦੇ ਚੱਲ ਫਿਰ ਭਾਈ ਰੂਪਾ ਹੀ ਸਹੀ, ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਮੋੜੀ ਕੱਢ ਦਿਓ ਤੇ ਉੱਥੇ ਵਸਣਾ ਸ਼ੁਰੂ ਕਰੋ ਖੇਤਾਂ ਦੇ ਵਿੱਚ। ਤੇ ਇਹ ਖੇਤ ਸਨ ਜਿੱਥੇ ਭਾਈ ਰੂਪਾ ਪਿੰਡ ਵਸਿਆ ਹੋਇਆ। ਇੱਥੇ ਫਿਰ ਮੋੜੀ ਕੱਢ ਕੇ ਇੱਥੇ ਰਹਿਣ ਲੱਗੇ ਔਰ ਹੌਲੀ ਹੌਲੀ ਆਸੇ ਪਾਸੇ ਵਸੋ ਹੁੰਦੀ ਗਈ।
ਤੋ ਇਹ ਰੱਬ ਦੇ ਪਿਆਰਿਆਂ ਦਾ ਜਿਹੜਾ ਰੋਸ ਹੁੰਦਾ ਨੇ, ਕਈ ਵਾਰੀ ਮਨੁੱਖ ਦੇ ਜੀਵਨ ਖਰਾਬ ਹੋ ਜਾਂਦੇ ਹਨ। ਜਿਵੇਂ ਇੱਕ ਸੱਪ ਨੂੰ ਛੇੜ ਦਿੱਤਾ ਤੇ ਜਿਵੇਂ ਸਾਧੂਆਂ ਨੂੰ ਬੇਅਦਬ ਕਰ ਦਿੱਤਾ। ਜਿਸ ਤਰ੍ਹਾਂ ਕ੍ਰਿਸ਼ਨ ਜੀ ਦੇ ਜਿਹੜੇ ਸਨ ਕੁੱਲ ਦੇ ਯਾਦਵ ਬੱਚੇ, ਉਹਨਾਂ ਨੇ ਜਾ ਕੇ ਰਿਸ਼ੀ ਨੂੰ ਐਵੇਂ ਕਹਿ ਦਿੱਤਾ ਕਿ ਇਹ ਲੜਕੀ ਦੇ ਪੇਟੋਂ ਕੀ ਹੋਵੇਗਾ, ਔਰ ਲੜਕੇ ਦੇ ਪੇਟ ਤੇ ਲੋਹੇ ਦਾ ਵਾਟਾ ਬਣ ਕੇ ਲੈ ਗਏ ਮਾਰਕੰਡਾ। ਸੋ ਰਿਸ਼ੀ ਦਰਵਾਸ਼ਾ ਰਿਸ਼ੀ ਦੇ ਕੋਲ ਗਏ ਸਨ ਤੇ ਦਰਵਾਸ਼ਾ ਰਿਸ਼ੀ ਨੂੰ ਕਹਿਣ ਲੱਗੇ ਮਤਲਬ ਪੇਟੋਂ ਕੀ ਹੋਵੇਗਾ। ਉਹ ਕਹਿਣ ਲੱਗਿਆ ਚਲੇ ਜਾਓ। ਕਹਿੰਦੇ ਨਹੀਂ ਤਾਂ ਪੁੱਛ ਕੇ ਜਾਵਾਂਗੇ। ਉਹ ਕਹਿਣ ਲੱਗਿਆ ਇਹਦੇ ਪੇਟੋਂ ਫਿਰ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਫਿਰ ਨਿੰਮੋ ਝੂਣੇ ਜਿਹੇ ਹੋ ਕੇ ਮੁੜੇ ਆਉਂਦੇ, ਅੱਗੋਂ ਕ੍ਰਿਸ਼ਨ ਜੀ ਮਿਲ ਗਏ। ਕ੍ਰਿਸ਼ਨ ਜੀ ਕਹਿੰਦੇ ਹਾਂ ਵੀ ਕਿੱਧਰੋਂ ਆਈ ਹੈ ਜੋਟੀ ਸਾਰੀ, ਜੁੰਡਲੀ ਤੁਹਾਡੀ ਕਿੱਥੇ ਗਏ ਸੀ? ਕਹਿੰਦੇ ਤੁਹਾਡੇ ਗੁਰੂ ਕੋਲ ਗਏ ਸੀਗੇ। ਕੀ ਲੈਣ ਗਏ ਸੀਗੇ? ਆਹ ਕੀ ਸੰਗ ਬਣਾਇਆ? ਇਹ ਲੜਕੀ ਦੇ ਕੱਪੜੇ ਪਾਏ ਕੌਣ ਹੈ? ਲੜਕਾ ਹੈ? ਕਹਿੰਦੇ ਹਾਂ ਜੀ। ਕੀ ਲੈਣ ਗਏ ਸੀ? ਮਹਾਰਾਜ ਅਸੀਂ ਗਏ ਸੀ ਸਾਡੇ ਗੁਰੂ ਕੋਲੇ, ਅਸੀਂ ਤਾਂ ਮਜ਼ਾਕ ਕਰਦੇ ਕਰਦੇ ਚਲੇ ਗਏ ਤੇ ਮਜ਼ਾਕ ਚ ਕਹਿ ਬੈਠੇ ਇਹਦੇ ਪੇਟੋਂ ਕੀ ਹੋਊਗਾ। ਤੇ ਫਿਰ ਕੀ ਹੋਇਆ? ਫਿਰ ਮਹਾਰਾਜ ਉਹ ਕਹਿੰਦੇ ਇਹਦੇ ਪੇਟੋਂ ਉਹ ਪੈਦਾ ਹੋਊਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੇਗਾ। ਤੇ ਕ੍ਰਿਸ਼ਨ ਜੀ ਉਹਨਾਂ ਲੜੇ, ਕਹਿੰਦੇ ਸੀ ਬਹੁਤ ਮਾੜੀ ਗੱਲ ਕੀਤੀ, ਪਰ ਇਹ ਹੋਣੀ ਸੀ, ਇਦਾਂ ਹੀ ਹੋਣੀ ਆ। ਹੁਣ ਕੀ ਬੰਨਿਆ ਪੇਟ ਤੇ? ਕਹਿੰਦੇ ਜੀ ਲੋਹੇ ਦਾ ਵਾਟਾ। ਕਹਿੰਦੇ ਜਮਨਾ ਤੇ ਬੈਠ ਕੇ ਬਾਟੇ ਨੂੰ ਰਗੜ ਕੇ ਸਾਰਾ ਪਾਣੀ ਚ ਰੋੜ ਦਿਓ ਹੁਣ। ਕਿਉਂਕਿ ਬੰਦਾ ਕੋਸ਼ਿਸ਼ ਕਰਦਾ ਵੀ ਸ਼ਰਾਪ ਨੂੰ ਬਦਲਿਆ ਜਾਵੇ, ਬਚਨ ਨੂੰ ਬਦਲਿਆ ਜਾਵੇ, ਪਰ ਸਾਧ ਜੇ ਬੋਲੇ ਸਹਿ ਸਵਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਉਹਨਾਂ ਨੇ ਉਸ ਲੋਹੇ ਦੇ ਬਾਟੇ ਨੂੰ ਰਗੜਨਾ ਸ਼ੁਰੂ ਕੀਤਾ। ਕਹਿੰਦੇ ਜਿੱਥੇ ਉਹ ਲੋਹੇ ਦੀ ਰਗੜ ਡਿੱਗੀ ਉੱਥੇ ਜਿਹੜਾ ਸੀ ਸਰ ਉਗਰਿਆ। ਸਰ ਵੀ ਲੋਹੇ ਦਾ ਨਾਮ ਹੈ ਤੇ ਸਰ ਕਾਨਾ ਵੀ ਹੈ। ਤੇ ਇਹਦਾ ਜਿਹੜਾ ਪੱਤਾ ਹੈ ਨਾ ਉਹ ਬੜਾ ਜ਼ਹਿਰੀਲਾ ਹੁੰਦਾ ਤੇ ਜੇ ਫਿਰ ਜਾਵੇ ਤੇ ਜ਼ਹਿਰ ਵੀ ਚੜ ਜਾਂਦਾ ਕਈ ਕਾਨਿਆਂ ਦੇ ਪੱਤੇ ਨਾਲ। ਉੱਥੇ ਉਹ ਸਰ ਉਗਰਿਆ। ਜਿਹੜਾ ਇੰਨਾ ਕੁ ਪੀਸ ਬਚਿਆ ਉਹ ਰਗੜਿਆ ਨਹੀਂ ਗਿਆ, ਉਹ ਚਲਾ ਕੇ ਜਮਨਾ ਸਿੱਟਤਾ। ਉਹ ਪੀਸ ਤਾਂ ਖਾ ਗਈ ਮੱਛੀ ਤੇ ਸਰ ਉੱਥੇ ਉਗਰਿਆ। ਇੱਕ ਵਾਰੀ ਜਾਦਵਾਂ ਦੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਜਮਨਾ ਤੇ ਕੋਈ ਜਸ਼ਨ ਮਨਾਇਆ, ਸ਼ਰਾਬਾਂ ਪੀਤੀਆਂ, ਮਾਸ ਖਾਧੇ, ਦਾਰੂਆਂ ਪੀਤੀਆਂ, ਲੜਾਈ ਹੋ ਗਈ ਉਹਨਾਂ ਦੀ। ਉਹ ਕਾਨੇ ਹੀ ਪਟ ਕੇ ਇੱਕ ਦੂਜੇ ਦੇ ਮਾਰੇ, ਜਿਹੜੇ ਬੜੇ ਜ਼ਹਿਰੀਲੀ ਸੀ ਤੇ ਬਹੁਤ ਸਾਰੇ ਲੋਕ ਉਹਦੇ ਨਾਲ ਮਾਰੇ ਗਏ। ਤੇ ਜਿਹੜਾ ਟੁਕੜਾ ਬੇਸਿੱਟਿਆ ਸੀਗਾ ਉਹ ਕਿਸੇ ਮੱਛੀ ਨੇ ਖਾ ਲਿਆ ਤੇ ਸ਼ਿਕਾਰੀਆਂ ਨੇ ਮੱਛੀ ਫੜ ਲਈ, ਮੱਛੀ ਚੀਰ ਫਾੜ ਕੀਤੀ, ਵਿੱਚੋਂ ਤਿੱਖੀ ਪੱਤੀ ਨਿਕਲੇ ਲੋਹੇ ਦੀ। ਸ਼ਿਕਾਰੀ ਨੇ ਕਿਹਾ ਤਾਂ ਯਾਰ ਕਮਾਨ ਆਪਣਾ ਤੀਰ ਬੜਾ ਵਧੀਆ ਬਣੇਗਾ। ਉਹਨੇ ਕਿਸੇ ਲੱਕੜ ਦੇ ਤੀਰ ਦੇ ਮੂਹਰੇ ਫਿੱਟ ਕਰ ਲਈ। ਸ਼ਿਕਾਰ ਖੇਡਣ ਗਿਆ। ਅੱਗੇ ਕ੍ਰਿਸ਼ਨ ਜੀ ਬੈਠੇ ਆ ਜੰਗਲਾਂ ਵਿੱਚ, ਢੋਲ ਆਈ। ਸਾਰਾ ਪਰਿਵਾਰ ਸਾਰੀ ਕੁਲਤਾ ਇੱਥੇ ਖਤਮ ਹੋ ਗਈ, ਇਹਨਾਂ ਦੀ ਇਕੱਲੇ ਹੀ ਰਹਿ ਗਏ, ਜੰਗਲ ਵਿੱਚ ਬੈਠੇ ਆ। ਗੋਡੇ ਦੇ ਉੱਤੇ ਏਦਾਂ ਕਰਕੇ ਲੱਤ ਰੱਖੀ ਹੋਈ ਆ ਉਹਨਾਂ ਨੇ, ਪੈਰ ਦੇ ਵਿੱਚ ਪਦਮ ਚਮਕਦਾ ਸੀਗਾ। ਸ਼ਿਕਾਰੀ ਨੇ ਦੂਰੋਂ ਵੇਖਿਆ ਸ਼ਾਇਦ ਕੋਈ ਮਿਰਗ ਬੈਠਾ, ਅੱਖ ਦੀ ਨਿਆਈ ਚਮਕ ਰਿਹਾ ਸੀਗਾ। ਇਹਨੇ ਤੀਰ ਮਾਰਿਆ ਤੇ ਤੀਰ ਜਾ ਕੇ ਪੈਰ ਦੇ ਵਿੱਚ ਵੱਜਿਆ। ਉਹ ਕੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮਿਰਗ ਨੂੰ ਚੱਕਣ ਵਾਸਤੇ ਗਿਆ। ਗਾਂ ਜਾ ਕੇ ਕੀ ਦੇਖਦਾ, ਮੈਂ ਤਾਂ ਕ੍ਰਿਸ਼ਨ ਜੀ ਦੇ ਮਾਰ ਬੈਠਾ। ਕ੍ਰਿਸ਼ਨ ਜੀ ਕਹਿੰਦੇ ਆ ਜਾ ਭਾਈ ਆ ਜਾ, ਡਰਨਾ ਕੋਈ ਨਾ, ਇਹ ਸਾਡੇ ਬਚਨ ਮਹਾਂਪੁਰਸ਼ਾਂ ਦੇ ਹੋਏ ਸੀਗੇ, ਸਾਨੂੰ ਇਹ ਵੀ ਚੱਲਣੇ ਪੈਣੇ ਸੀਗੇ। ਉਹ ਸਾਡੇ ਨਾਲ ਸਾਡੀ ਕੁਲ ਦਾ ਖਾਤਮਾ ਹੋ ਗਿਆ। ਮੈਂ ਰਹਿੰਦਾ ਸੀਗਾ, ਮੈਂ ਵੀ ਉਸੇ ਤੀਰ ਨਾਲ ਹੀ ਜਾਣਾ ਸੀ, ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗਾ। ਉਹ ਸ਼ਿਕਾਰੀ ਨੇ ਗੁਰੂ ਪਿਆਰਿਓ ਬਹੁਤ ਸੋਹ ਕੀਤਾ, ਦੁੱਖ ਮਨਾਇਆ ਵੀ ਗਲਤੀ ਹੋ ਗਈ। ਕਹਿੰਦੇ ਨਹੀਂ ਗਲਤੀ ਨਹੀਂ, ਇਹ ਇਦਾਂ ਹੀ ਹੋਣੀ ਸੀ। ਇਹ ਆਲਸੂਨ ਦੇ ਲੋਕਾਂ ਨੂੰ ਅਕਲ ਨਹੀਂ ਹੈ, ਇਹਨਾਂ ਨੇ ਸਤਿਗੁਰਾਂ ਸਤਿਕਾਰ ਨਹੀਂ ਕੀਤਾ। ਤੇ ਸਤਿਗੁਰੂ ਰੋਸ ਵਿੱਚ ਆ ਕੇ ਕਹਿਣ ਲੱਗੇ, ਨੰਦ ਚੰਦਲੇ ਬ੍ਰਿੰਦ ਬਾਹਨੀ ਲੂਟੋ ਗ੍ਰਾਮ ਵਸਤਵੇਲੇ ਸ਼ੀਨ। ਨੰਦ ਚੰਦ ਇਹਨਾਂ ਲੋਕਾਂ ਨੂੰ ਅਕਲ ਸਿਖਾਓ, ਕਿਵੇਂ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰੀਦਾ ਹੈ। ਨਗਰ ਲੁੱਟੋ ਇਹਨਾਂ ਦਾ। ਰਹਿ ਪ੍ਰਹਾਰੋ ਵਹਿਰ ਨਿਕਾਰਹੁ ਦੇਹੋ ਤਿਦਾਰ ਕੋ ਮਤ ਮਲੀਨ। ਇਹਨਾਂ ਨੂੰ ਮਾੜੀ ਮੱਤ ਵਾਲਿਆਂ ਨੂੰ ਮਤ ਬਖਸ਼ੋ। ਰਾਜਾ ਮੂੜ ਪ੍ਰਜਾ ਜੁਤ ਜਾਨ ਹੈ ਸਹਿ ਅਵਗਿਆ ਕੋ ਦੁਖ ਪੀਨ। ਇਹ ਮੂਰਖ ਬੁੱਧੀ ਵਾਲੇ ਜਿਹੜੇ ਹਨ ਰਾਜੇ ਪ੍ਰਜਾ ਸਮੇਤ ਹੀ ਮੂਰਖ ਹਨ, ਕਿਉਂਕਿ ਇਹਨਾਂ ਨੂੰ ਆਪਣੇ ਰਾਜੇ ਦਾ ਹੰਕਾਰ ਹੈ।
ਤੇ ਮਹਾਪੁਰਸ਼ਾਂ ਦਾ, ਗੁਰੂਆਂ ਦਾ ਕੋਈ ਇਹ ਸਤਿਕਾਰ ਨਹੀਂ ਕਰਦੇ। ਸੁਨ ਦੀਵਾਨ ਰਿਸ ਠਾਨ ਮਹਾਨੀ, ਮਾਨ ਹੁਕਮ ਲੈ ਸੁਪਟਨ ਜਾਲ। ਭਾਈ ਨੰਦ ਚੰਦ ਜੀ ਹੁਕਮ ਮੰਨ ਕੇ ਆਪਣੀਆਂ ਫੌਜਾਂ ਨਾਲ ਨਗਰ ਵਿੱਚ ਚਲੇ ਗਏ ਜੀ। ਭਇਓ ਪ੍ਰਵੇਸ਼ ਵਖਾਨਿਓ ਉੱਚੇ, ਲੂਟ ਲਿਓ ਇਨ ਕੋ ਧਨ ਮਾਲ। ਜਦੋਂ ਇਹ ਫੌਜ ਲੈ ਕੇ ਨਗਰ ਚ ਵੜਿਆ ਤੇ ਅੱਗੋਂ ਪਿੰਡ ਵਾਲੇ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਉੱਥੇ ਹੋ ਗਈ ਆ। ਇਸ ਤਰ੍ਹਾਂ ਫਿਰ ਇਹਨਾਂ ਨੂੰ ਸਬਕ ਸਿਖਾਇਆ ਭਾਈ ਨੰਦ ਚੰਦ ਹੋਰਿਆਂ ਨੇ। ਸੁਨ ਯੋਧਾ ਤਬ ਧਾਮ ਧਰੇ ਸਭ, ਬਸਨ ਬਸਨ ਸਮਾਜ ਵਿਸਾਲ। ਇਸ ਤਰ੍ਹਾਂ ਫਿਰ ਜਦੋਂ ਇਹਨਾਂ ਨੇ ਅੱਗੋਂ ਇਹਨਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ, ਫਿਰ ਉਸ ਨਗਰ ਦੇ ਵਿੱਚੋਂ ਜੋ ਲੋੜੀ ਦਾ ਸੀ ਉਹ ਲੈ ਕੇ ਆਂਦਾ ਹੈ। ਵਸਤਰ ਵਿਭੂਖਣ ਮਹਿਕ ਤੁਰੰਗਨ, ਛੀਨ ਲੀਨ ਸਭ ਬਲ ਕੇ ਨਾਲ। ਅਸਲ ਦੇ ਵਿੱਚ ਗੁਰੂ ਪਿਆਰਿਓ, ਇਹਨਾਂ ਲੋਕਾਂ ਨੂੰ ਅਕਲ ਸਿਖਾਉਣ ਦੇ ਵਾਸਤੇ ਇਹ ਥੋੜਾ ਜਿਹਾ ਕਿਰਤ ਕੀਤੀ ਹੈ, ਨਹੀਂ ਤਾਂ ਫਿਰ ਕਿਸੇ ਨੇ ਗੁਰੂ ਸਾਹਿਬ ਨੂੰ ਸਮਝਣਾ ਹੀ ਨਹੀਂਗਾ। ਇਸ ਕਰਕੇ ਸਮਝਾਉਣ ਵਾਸਤੇ ਭਾਈ ਨੰਦ ਚੰਦ ਹੋਰਿਆਂ ਨੇ ਇਹਨਾਂ ਨੂੰ ਸਬਕ ਸਿਖਾਇਆ ਹੈ ਬਈ ਰੱਬ ਦੇ ਪਿਆਰਿਆਂ ਨੂੰ ਕਿਵੇਂ ਮਿਲੀਦਾ। ਜੋ ਅਰ ਪਰੇ ਸੋ ਅਰ ਕਰ ਮਾਰੇ, ਕਾਤੁਰ ਕਟੇ ਤਰਜਨਾ ਸੰਗ। ਜਿਹੜੇ ਅੜ ਗਏ ਉਹ ਮਰ ਗਏ, ਤੇ ਜਿਹੜੇ ਕਮਜ਼ੋਰ ਸਨ ਉਹ ਡਰਦੇ ਹੋਏ ਭੱਜ ਗਏ। ਉਹਨਾਂ ਨੂੰ ਤਾੜਨਾ ਕੀਤਾ ਹੈ। ਕੇਤਕ ਡਰ ਕਰ ਘਰ ਮਹਿ ਦੁਰ ਕਰ, ਦਬਕ ਰਹੇ ਉਸਕੇ ਨਹਿ ਅੰਗ। ਔਰ ਕਈ ਜਿਹੜੇ ਸਨ ਡਰਦੇ ਹੋਏ ਆਪਣੇ ਘਰਾਂ ਦੇ ਵਿੱਚ ਲੁਕ ਗਏ, ਉਹ ਬਚ ਗਏ ਜੀ। ਉਹ ਦੁਰ ਦੁਰ ਕਰ ਗਏ ਭਾਜ ਕਰ, ਬਹੁਰ ਨ ਮੁਰੇ ਮਹਾ ਦੁਖ ਢੰਗ। ਕਈ ਡਰਦੇ ਹੋਏ ਦੂਰ ਭੱਜ ਗਏ, ਛੇਤੀ ਮੁੜ ਕੇ ਨਹੀਂ ਆਏ। ਉਹ ਘਾਇਲ ਹਵੈ ਤਰਫਤ ਮੁਰਛਤ, ਕੋ ਸਰੋਣਤ ਕਰ ਭਏ ਸੁਰੰਗ। ਔਰ ਕੋਈ ਜ਼ਖਮੀ ਹੋ ਕੇ ਤੜਫ ਰਹੇ ਹਨ, ਕੋਈ ਬੇਹੋਸ਼ ਹੋ ਗਏ, ਕਈ ਖੂਨ ਵਿੱਚ ਲੱਥ-ਪੱਥ ਹੋ ਗਏ ਜੀ। ਕਿਤਕ ਸਮੁਖ ਹੋਏ ਪ੍ਰਾਨਨ ਕਉ ਤਜ, ਮਰ ਸ਼ਾਸਤਰਨ ਤੇ ਹਵੈ ਕਰ ਘਾਤ। ਔਰ ਬਹੁਤ ਸਾਰੇ ਆਪਣੀ ਜਾਨ ਵਾਰ ਗਏ, ਭਾਵ ਪ੍ਰਾਣ ਨਿਕਲ ਗਏ ਕਈਆਂ ਦੇ ਸ਼ਸਤਰਾਂ ਦੇ ਨਾਲ। ਸੂਰ ਸਦਨ ਚਹੂੰ ਔਰ ਪਲਾਈ, ਜਾਮ ਸਮ ਜਾਨ ਹਿਰਦੈ ਟਰਪਾ ਡਰਪਾਤ। ਔਰ ਕਈ ਇੰਨੇ ਡਰ ਗਏ ਗੁਰੂ ਕੀਆਂ ਫੌਜਾਂ ਤੋਂ, ਘਰ ਛੱਡ ਕੇ ਭੱਜ ਗਏ। ਲੂਟਿਓ ਦਲ ਨੇ ਗ੍ਰਾਮ ਵਸਤ ਸਭ, ਸਭ ਘਰ ਉਜਾਰ ਕੀ ਸਮ ਮਗ ਜਾਤ। ਇਹੋ ਫੌਜਾਂ ਨੇ ਇਹਨਾਂ ਨੂੰ ਸਬਕ ਸਿਖਾਇਆ ਹੈ। ਇਹਨਾਂ ਦੇ ਉੱਪਰ ਹਮਲਾ ਕਰਕੇ ਇਹਨਾਂ ਨੂੰ ਦੱਸਿਆ ਕਿ ਹੰਕਾਰ ਕਿਵੇਂ ਕਰੀਦਾ ਹੈ। ਫਤਿਹ ਕੀਨ ਦੇ ਪਹਤੇ ਜਿਤ ਤਹੈ, ਦੁੰਦਪ ਬੱਜੇ ਸੁਨਤ ਥਰ ਕਾਤ। ਇਹੋ ਫਿਰ ਨਗਾਰੇ ਵਜਾਉਂਦੀਆਂ ਹੋਈਆਂ ਫੌਜਾਂ ਜਿਹੜੀਆਂ ਹੈ ਅੱਗੇ ਚੱਲ ਪਈਆਂ ਜੀ। ਸਤਿਗੁਰ ਕੋ ਇਮ ਪ੍ਰਤਾਪ ਲਖ, ਨਿਕਟ ਨਿਕਟ ਕੇ ਗ੍ਰਾਮ ਜੇ ਬ੍ਰਿੰਦ। ਇਸ ਇੱਕ ਪਿੰਡ ਦੇ ਵਿੱਚ ਇੰਨਾ ਕੁ ਕਰਨ ਦੇ ਨਾਲ ਜਿਹੜੇ ਹੋਰ ਪਿੰਡਾਂ ਦੇ ਪਹਾੜੀਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਹੈ, ਔਰ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਹੁਣ ਸਮਝ ਗਏ ਕਿ ਕਿਵੇਂ ਮਿਲੀਦਾ ਗੁਰੂ ਨੂੰ। ਰਾਸ ਧਾਰ ਹੰਕਾਰ ਤਿਆਗ ਕਰ, ਦੇ ਦੇ ਮਿਲ ਹੈ ਅਕੋਰ ਬਿਲੰਦ। ਹੁਣ ਸਾਰੇ ਦੂਸਰੇ ਪਿੰਡਾਂ ਵਾਲੇ ਪਹਾੜੀਏ ਡਰਦੇ ਹੋਏ ਪਹਿਲਾਂ ਹੀ ਗੁਰੂ ਸਾਹਿਬ ਨੂੰ ਭੇਟਾਵਾਂ ਲੈ ਕੇ ਆਪਣਾ ਹੰਕਾਰ ਤਿਆਗ ਕੇ, ਰਾਜਿਆਂ ਦਾ ਹੰਕਾਰ ਤਿਆਗ ਕੇ ਮਿਲਣ ਲੱਗੇ। ਰਬ ਕੇ ਕ੍ਰੋਧ ਬਚੇ ਨਹਿ ਕਿਉ ਹੂੰ, ਨਹਿ ਸਹਾਇਤਾ ਹੋਏ ਨਰਿੰਦ। ਇਸ ਤਰ੍ਹਾਂ ਗੁਰੂ ਪਿਆਰੋ ਜੇ ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾਹੋ ਕਰਾਇਂਦਾ, ਦਰ ਮੰਗਲ ਭਿਖ ਨ ਪਾਇਂਦਾ। ਇਸ ਕਰਕੇ ਗੁਰੂ ਦਾ ਗੁੱਸਾ ਜਿਹੜਾ ਹੈ, ਇਸ ਤੋਂ ਫਿਰ ਕਿਵੇਂ ਕੋਈ ਬਚ ਸਕਦਾ ਹੈ? ਫਿਰ ਤਾਂ ਕੋਈ ਰਾਜਾ ਵੀ ਮਦਦ ਨਹੀਂ ਕਰ ਸਕਦਾ। ਸ਼ਾਹਜਹਾਂ ਖੁਦ ਕਹਿੰਦਾ ਸੀ ਮੇਰੇ ਵਰਗਾ ਕਿਹੜਾ ਰਾਜਾ ਹੈ। ਸਤਿਗੁਰੂ ਅਰਜਨ ਦੇਵ ਜੀ ਦੇ ਕੋਲ ਨਾਲ ਬਚਨ ਹੋੜ ਸੀ। ਪਾਤਸ਼ਾਹ ਕਹਿਣ ਲੱਗੇ ਰਾਜਾ ਸਾਹਿਬ ਹੰਕਾਰ ਨਹੀਂ ਕਰੀਦਾ, ਵੱਡੇ ਵੱਡੇ ਰਾਜੇ ਖਾਲੀ ਹੱਥੀਂ ਗਏ ਆ ਇੱਥੋਂ ਦੁਨੀਆ ਚੋਂ। ਤੇ ਇੱਕ ਬਚਨ ਪਾਤਸ਼ਾਹ ਜੀ ਨੇ ਕੀਤਾ ਸੀ, ਆਸਾ ਦੀ ਵਾਰ ਦਾ ਚੱਲ ਰਿਹਾ ਸੀ, ਨਦਰ ਉਪੱਠੀ ਜੇ ਕਰੈ ਸੁਲਤਾਨਾ ਕਹੋ ਕਰਾਇਂਦਾ। ਇਹਨੇ ਹੰਕਾਰ ਕੀਤਾ ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਚੰਗਾ ਫਿਰ ਇਹ ਬਚਨ ਤੇਰੇ ਤੇ ਵਰਤੇਗਾ, ਦੇਖ ਲਈ ਸਮਾਂ ਆਵੇਗਾ। ਵਾਕਿਆ ਹੀ ਉਹ ਔਰੰਗਜ਼ੇਬ ਨੇ ਫਿਰ ਸ਼ਾਹਜਹਾਂ ਨੂੰ ਇੰਨਾ ਕਮਜ਼ੋਰ ਕਰ ਦਿੱਤਾ, ਕੈਦ ਕਰ ਦਿੱਤਾ, ਪ੍ਰਸ਼ਾਦਾ ਪਾਣੀ ਦੇਣਾ ਬੰਦ ਕਰਤਾ, ਛੋਲਿਆਂ ਦੀ ਲੱਪ ਤੇ ਪਾਣੀ ਦਾ ਪਿਆਲਾ ਦਿੰਦਾ ਹੈ। ਤੇ ਅਖੀਰ ਇਸ ਨੂੰ ਪਾਣੀ ਡੁੱਲਣ ਤੇ ਦੁਬਾਰਾ ਪਾਣੀ ਤੇ ਦੀ ਸਜ਼ਾ ਦੇ ਕਰਕੇ ਇਸ ਦੀ ਵੱਡੀ ਜੇਲ੍ਹ ਵਿੱਚ ਬਦਲੀ ਕਰ ਦਿੱਤੀ ਹੈ। ਦੂਜੀ ਜੇਲ੍ਹ ਵਿੱਚ ਲੈ ਕੇ ਜਾ ਰਹੀ ਹੈ। ਪਿੱਛੇ ਮੁਸ਼ਕਾਂ ਬੰਨੀਆਂ ਲਈ ਜਾਂਦੇ ਨੇ ਰਾਜੇ ਸ਼ਾਹਜਹਾਂ ਨੂੰ, ਜਿਹੜਾ ਕਿਸੇ ਵੇਲੇ ਆਪਣੇ ਆਪ ਨੂੰ ਵੱਡਾ ਰਾਜਾ ਸਮਝਦਾ ਸੀ।
ਤੇ ਫਿਰ ਕੀ ਹੋਇਆ ਗੁਰੂ ਪਿਆਰੋ, ਰਸਤੇ ਵਿੱਚ ਖੇਤ ਆ ਗਿਆ ਜਿੱਥੇ ਛੋਲੇ ਬੀਜੇ ਹੋਏ ਐ, ਹਰੇ ਕਚਾਰ ਛੋਲੇ ਖੜੇ ਐ। ਅੱਜ ਇਹਨੇ ਤੜਕੇ ਦੇ ਛੋਲੇ ਵੀ ਨਹੀਂ ਖਾਧੇ, ਉਹ ਜਿਹੜੇ ਭੁੱਜੇ ਛੋਲੇ ਖਾਂਦਾ ਸੀ ਪਾਣੀ ਤੋਂ ਬਗੈਰ ਕਿੱਥੇ ਖਾਧੇ ਜਾਂਦੇ ਆ। ਉਹ ਹਰੇ ਛੋਲਿਆਂ ਨੂੰ ਦੇਖ ਕੇ ਇਹਦੇ ਮਨ ਦੇ ਵਿੱਚ ਭੁੱਖ ਜਾਗੀ ਆ ਤੇ ਸਿਪਾਹੀਆਂ ਨੂੰ ਕਹਿਣ ਲੱਗਿਆ ਮੈਂ ਬਾਥਰੂਮ ਜਾਣਾ, ਮੈਨੂੰ ਛੱਡੋ ਥੋੜਾ ਸਮਾਂ। ਔਰ ਉਹਨਾਂ ਨੇ ਛੱਡ ਦਿੱਤਾ ਤੇ ਛੋਲਿਆਂ ਦੇ ਖੇਤ ਵਿੱਚ ਵੜ ਗਿਆ। 100-200 ਕਦਮ ਅੱਗੇ ਨਿਕਲ ਗਿਆ ਤੇ ਅੱਗੇ ਜਾ ਕੇ ਬੈਠ ਗਿਆ। ਭੁੱਖ ਬੜੀ ਲੱਗੀ ਸੀ ਇਸ ਨੇ, ਫਿਰ ਉਹ ਹਰੇ ਛੋਲਿਆਂ ਦੀਆਂ ਕਰੂੰਬਲਾਂ ਮੂੰਹ ਦੇ ਨਾਲ ਮੁੱਛ ਕੇ ਖਾਧੀਆਂ ਤੇ ਨਾਲੇ ਯਾਦ ਕੀਤਾ ਉਹ ਵਚਨ, ਨਦਰ ਉਪੱਠੀ ਜੇ ਕਰੈ ਸੁਲਤਾਨਾ ਘਾਓ ਕਰਾਇੰਦਾ ਦਰ ਮੰਗਣ, ਭਿੱਖ ਨਾ ਪਾਇੰਦਾ ਦਰ ਮੰਗਣ, ਭਿੱਖ ਨਾ ਪਾਇੰਦਾ। ਫਿਰ ਉਹਨਾਂ ਨੂੰ ਮੰਗਿਆ ਭੀਖ ਵੀ ਨਹੀਂ ਮਿਲਦੀ। ਇਸ ਕਰਕੇ ਗੁਰੂ ਤੇ ਪਰਮੇਸ਼ਰ ਇੱਕੋ ਹੀ ਰੂਪ ਹਨ। ਇਹ ਤੋਂ ਫਿਰ ਕੌਣ ਬਚ ਸਕਦਾ ਹੈ? ਫਿਰ ਤਾਂ ਕੋਈ ਰਾਜਾ ਵੀ ਮਦਦ ਕਰਨ ਵਾਲਾ ਨਹੀਂ ਹੈਗਾ ਜੀ। ਉਗਦ ਦਧੀ ਸਿੱਖ ਲੇਤ ਸਭਨ ਤੇ ਸਮੁਖ ਨਾ ਬੋਲਹਿ ਕਰਹਿ ਨਿਕੰਦ। ਹੁਣ ਇਹ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਆਖਰ ਨਗਰ 'ਚ ਵੀ ਮਿਲਣੀਆਂ ਤੇ ਪਹਾੜੀਆਂ ਨੂੰ ਇਹ ਹੰਕਾਰ ਸੀਗਾ। ਕਈ ਵਾਰੀ ਸਿੱਖਾਂ ਨੂੰ ਇਹ ਚੀਜ਼ਾਂ ਦਿੰਦੇ ਨਹੀਂ ਸੀਗੇ। ਜੇ ਪਿੰਡ ਵਿੱਚੋਂ ਮੁੱਲ ਨੂੰ ਵੀ ਦੁੱਧ ਦਹੀਂ ਲੈਣ ਜਾਣਾ ਤਾਂ ਪਹਾੜੀਆਂ ਨੇ ਦੇਣੀਆਂ ਨਾ, ਤੇ ਫਿਰ ਸਿੱਖਾਂ ਨੇ ਮਾਰਾ ਬਕਾਰਾ ਕਰਨਾ, ਛੇਲ ਪੰਜਾ ਮਾਰਨਾ। ਜੀ ਸਿੰਘਾਂ ਦੀਆਂ ਬੋਲੀਆਂ ਹਨ। ਇਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਇਹ ਦੁੱਧ ਦਹੀਂ ਆਦਿ ਪ੍ਰਾਪਤ ਕਰਕੇ ਲੈ ਆਉਂਦੇ ਦੋਹਰਾ। ਔਰ ਗ੍ਰਾਮ ਕੋ ਲੈ ਫਤਿਹ ਧਰਤ ਆਨੰਦ ਬਿਲੰਦ। ਇਸ ਤਰ੍ਹਾਂ ਆਲਸੂਣ ਦੇ ਉੱਤੇ ਇਹ ਹਮਲਾ ਹੋਇਆ ਹੈ ਔਰ ਇਹਨਾਂ ਨੂੰ ਅਕਲ ਦਿੱਤੀ ਹੈ। ਫਿਰ ਆਨੰਦ ਨਾਲ ਖਾਲਸਾ ਅੱਗੇ ਚੱਲਿਆ। ਔਰ ਵਿਛੇ ਸ੍ਰੀ ਆਨੰਦਪੁਰ ਤੇਗ ਬਹਾਦਰ ਆਨੰਦ। ਚਲੋ ਚਲੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੱਲਦੇ ਚੱਲਦੇ ਤੇਗ ਬਹਾਦਰ ਜੀ ਦੇ ਪੁੱਤਰ ਆਨੰਦਪੁਰ ਪਹੁੰਚ ਗਏ ਜੀ ਦੋਹਰਾ। ਸਤਿਗੁਰ ਆਗਮਨ ਕੋ ਪੁਰ ਜਨ ਉਰ ਹਰ ਖਾਏ, ਨਿਕਸੇ ਆਗੂ ਲੈਨ ਹਿਤ ਸਾਦਰ ਮਿਲੇ ਸੋ ਆਏ। ਆਨੰਦਪੁਰ ਸਾਹਿਬ ਨਗਰ ਦੇ ਵਿੱਚ ਪਤਾ ਲੱਗਿਆ ਸੰਗਤਾਂ ਨੂੰ ਕਿ ਗੁਰੂ ਸਾਹਿਬ ਜੀ ਵਾਪਸ ਆ ਰਹੇ ਹਨ। ਤਾਂ ਅੱਗੋਂ ਜਿਹੜੇ ਸਤਿਕਾਰਯੋਗ ਆਗੂ ਸਨ ਸਾਡੇ ਗੁਰੂ ਘਰ ਦੇ ਸੇਵਾਦਾਰ, ਜਿਨ੍ਹਾਂ ਦੀ ਉੱਥੇ ਡਿਊਟੀ ਲਾਈ ਹੋਈ ਸੀ, ਉਹ ਸਾਰੀਆਂ ਸੰਗਤਾਂ ਅੱਗੋਂ ਸਤਿਗੁਰਾਂ ਨੂੰ ਲੈਣ ਆਉਂਦੇ।